ਧੰਨ ਵਾਹਿਗੁਰੂ ਸਾਹਿਬ ਜੀ। ਗੁਰ ਕਿਰਪਾ ਜਹ ਨਰ ਕੋ ਕੀਨੀ, ਤਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜੇ ਸੋ ਚੰਦਾ ਉਗਵੈ, ਸੂਰਜ ਚੜ੍ਹੇ ਹਜ਼ਾਰ। ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਧੰਨ ਵਾਹਿਗੁਰੂ ਸਾਹਿਬ ਜੀ। ਸੁਖ ਮੈਂ ਬਹੁ ਸੰਗੀ ਭਏ, ਦੁਖ ਮੈਂ ਸੰਗ ਨਾ ਕੋਇ। ਕਹੁ ਨਾਨਕ ਹਰਿ ਭਜ ਮਨਾ, ਅੰਤ ਸਹਾਈ ਹੋਇ। ਜਨਮ ਜਨਮ ਭਰ ਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਕਹੁ ਨਾਨਕ ਹਰਿ ਭਜ ਮਨਾ, ਨਿਰਭੈ ਪਾਵੈ ਬਾਸ। ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਜੇ ਹੋਏ ਦਰਬਾਰ ਦੇ ਵਿੱਚ ਜੁੜ ਬੈਠੇ ਸਤਿਕਾਰੇ ਸਤਸੰਗੀ ਜਨੋ, ਆਪ ਜੀ ਨੇ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਉਦਮ ਸਦਕਾ ਹਫ਼ਤਾਵਾਰੀ ਦੀਵਾਨਾਂ ਦੇ ਵਿੱਚ ਗੁਰਬਾਣੀ ਪਾਠ, ਗੁਰਬਾਣੀ ਸ਼ਬਦ ਕੀਰਤਨ ਸ਼ਰਵਣ ਕੀਤਾ ਹੈ। ਸਤਿਗੁਰਾਂ ਦੀ ਅਸੀਸ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਵੱਲੋਂ ਉਚਾਰਨ ਕੀਤੇ ਹੋਏ ਮੁਬਾਰਕ ਸ਼ਲੋਕਾਂ ਨੂੰ ਰਲ ਮਿਲ ਬੈਠ ਕੇ ਵਿਚਾਰੀਏ। ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 32 ਅਤੇ 33 ਨੰਬਰ ਸ਼ਲੋਕ, ਜਿਸ ਦਾ ਮੂਲ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਅਰੰਭਲੇ ਸ਼ਲੋਕ ਵਿੱਚ ਮਹਾਰਾਜ ਨੇ ਆਖਿਆ, ਸੁਖ ਮੈਂ ਬਹੁ ਸੰਗੀ ਪਏ, ਦੁਖ ਮੈਂ ਸੰਗ ਨਾ ਕੋਏ। ਅਖਰੀ ਅਰਥ ਬੜੇ ਆਸਾਨ, ਬੜੇ ਸੌਖੇ ਆਪ ਜੀ ਨੂੰ ਵੀ ਸਭਨਾਂ ਨੂੰ ਸਪਸ਼ਟ ਹਨ ਕਿ ਸੁੱਖ ਦੇ ਨਾਲ ਨਾਲ ਬੜੇ ਰਿਸ਼ਤੇਦਾਰ ਨਵੇਂ ਬਣਦੇ ਨੇ। ਸੁੱਖ ਇਹੋ ਜਿਹੀ ਚੀਜ਼ ਹੈ ਕਿ ਜਦੋਂ ਜਦੋਂ ਤੁਹਾਡੇ ਕੋਲ ਸੁੱਖ ਹੁੰਦਾ ਹੈ, ਸਹੂਲਤਾਂ ਹੁੰਦੀਆਂ ਨੇ, ਸਾਧਨਾਂ ਦੀ ਭਰਮਾਰ ਹੋ ਜਾਂਦੀ ਹੈ। ਕਿਉਂਕਿ ਸਾਡੇ ਮੁਤਾਬਕ ਤਾਂ ਸੁੱਖ ਇਸੇ ਨੂੰ ਮੰਨਿਆ ਜਾਂਦਾ ਹੈ। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਮਹਾਰਾਜ ਜੀ ਨੇ ਜੋ ਕੁਝ ਬਿਆਨ ਕੀਤਾ ਹੈ ਇਹ ਪੂਰਨ ਸੱਚ ਹੈ ਸਮਾਜ ਦਾ। ਸਾਡੇ ਹੀ ਸਮਾਜ ਦੀ ਇੱਕ ਤਸਵੀਰ ਕਹਿ ਲਈਏ ਆਪਾਂ।
ਜਿੱਥੇ ਮਹਾਰਾਜ ਸਾਨੂੰ ਸੁਚੇਤ ਕਰ ਰਹੇ ਨੇ, ਇਹ ਵਿਚਾਰਾਂ ਦੱਸ ਕੇ ਮਹਾਰਾਜ ਸਾਨੂੰ ਅਵੇਅਰ ਕਰਦੇ ਨੇ ਕਿ ਆਪਣੇ ਆਲੇ ਦੁਆਲੇ ਧਿਆਨ ਰੱਖੋ, ਕਿਸੇ ਤੇ ਬਹੁਤਾ ਭਰੋਸੇ ਕਰਨ ਦੀ ਲੋੜ ਨਹੀਂ ਤੇ ਬੇਵਿਸ਼ਵਾਸੀ ਦੀ ਲੋੜ ਵੀ ਨਹੀਂ ਚਾਹੀਦੀ। ਪੂਰਨ ਰੂਪ ਦੇ ਵਿੱਚ ਜੀਵਨ ਇੱਕ ਬੈਲੈਂਸ ਹੈ ਅਸਲ ਦੇ ਵਿੱਚ। ਜਿੱਥੇ ਅਗਰ ਇਹ ਬੈਲੈਂਸ ਟੁੱਟਿਆ, ਘਾਟਵਾਦ ਹੋਈ, ਉੱਥੇ ਬੰਦੇ ਦੀ ਜੀਵਨ ਦੇ ਵਿੱਚ ਜਾਂ ਨਿਰਾਸ਼ਤਾ ਆਏਗੀ ਜਾਂ ਉਹ ਪ੍ਰਭੂ ਮਾਲਕ ਤੋਂ ਬਹੁਤ ਦੂਰ ਚਲਿਆ ਜਾਏਗਾ। ਉਹ ਸਦਮੇ ਵਿੱਚ ਜਾ ਸਕਦਾ ਹੈ, ਅਫਸੋਸ ਦੇ, ਉਦਾਸੀ ਦੇ ਉਸ ਲਮੇ ਨੂੰ ਜੀਏਗਾ। ਗੁਰੂ ਮਹਾਰਾਜ ਨੇ ਆਖਿਆ ਕਿ ਆਲੇ ਦੁਆਲੇ ਜਿੰਨੇ ਵੀ ਤੁਹਾਡੇ ਢੁੱਕ ਰਹੇ ਨੇ, ਬਹਿ ਰਹੇ ਨੇ, ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਖਾਸ ਕਰਕੇ ਜਦੋਂ ਤੁਹਾਡੇ ਕੋਲ ਸੁੱਖ ਹੁੰਦੇ ਨੇ, ਉਦੋਂ ਜ਼ਿਆਦਾ ਲੋਕ ਕਿਹੜੇ ਤੁਹਾਡੇ ਕੋਲ ਆ ਰਹੇ ਨੇ ਤੇ ਕਿਸ ਰੀਜ਼ਨ ਕਰਕੇ ਆ ਰਹੇ ਨੇ, ਉਹਨਾਂ ਦੇ ਆਉਣ ਦੇ ਪਿੱਛੇ ਮੰਤਵ ਕੀ ਹੈ, ਕਾਰਨ ਕੀ ਹੈ। ਤੇ ਜਦੋਂ ਤੁਹਾਡੇ ਜੀਵਨ ਦੇ ਵਿੱਚ ਦੁੱਖ ਆਉਣ, ਪਰੇਸ਼ਾਨੀ ਆਵੇ, ਘਾਟੇ ਪੈ ਜਾਣ, ਉਦੋਂ ਵੀ ਨਾਲ ਨਾਲ ਟਰਾਈ ਕਰਨ ਦੀ ਲੋੜ ਹੈ, ਦੇਖਣ ਦੀ ਲੋੜ ਹੈ, ਪੜਚੋਲ ਕਰਨ ਦੀ ਲੋੜ ਹੈ ਕਿ ਕਿੰਨੇ ਜਾ ਰਹੇ ਨੇ। ਇਹ ਦੋ ਗੱਲਾਂ ਦੇਖੋ, ਜੀਵਨ ਦਾ ਇੱਕ ਪਹਿਲੂ ਜੋੜਦੀ ਨੇ। ਇੱਕ ਪਹਿਲੂ ਹੈ ਸਾਡਾ, ਕੁਝ ਨਵੇਂ ਬਣ ਰਹੇ ਨੇ, ਕੁਝ ਜਾ ਰਹੇ ਨੇ, ਪਰ ਆਉਣ ਵਾਲਿਆਂ ਦਾ ਰੀਜ਼ਨ ਕੀ ਹੈ, ਜਾਣ ਵਾਲਿਆਂ ਦਾ ਕਾਰਨ ਕੀ ਹੈ। ਬੰਦਾ ਤੇ ਉਹੀ ਹੈ ਨਾ, ਇਨਸਾਨ ਤਾਂ ਉਹੀ ਹੈ। ਅਗਰ ਬਹੁਤੇ ਉਹਦੀਆਂ ਸਹੂਲਤਾਂ ਦੇਖ ਕੇ ਆਏ ਨੇ, ਸੁੱਖ ਵੇਖ ਕੇ ਆਏ ਨੇ ਕਿ ਚਲੋ ਜਿੱਦਾਂ ਵੀ ਸਹੀ, ਭਾਵੇਂ ਮਿਹਨਤ ਦੇ ਸਿਰ ਤੇ ਹੈ ਤੇ ਭਾਵੇਂ ਖੋ ਕੇ ਉਰਾਂ ਪਰਾਂ ਤੋਂ ਜਿੱਦਾਂ ਵੀ ਜੁਟਾ ਕੇ, ਇਹਦੇ ਕੋਲ ਸਹੂਲਤਾਂ ਕਰ ਚਾਰ ਇਕੱਠੀਆਂ ਹੋ ਹੀ ਗਈਆਂ ਨੇ ਤੇ ਚਲੋ ਆਪਾਂ ਵੀ ਇਹਦੇ ਵਿੱਚ ਵੰਡ ਲਈਏ, ਅਸੀਂ ਵੀ ਇਹਦੇ ਵਿੱਚੋਂ ਹਿੱਸਾ ਲੈ ਲਈਏ, ਅਸੀਂ ਵੀ ਸਹੂਲਤ ਮਾਣ ਲਈਏ, ਐਸ਼ ਪ੍ਰਸਤੀ ਜੋ ਕੁਝ ਮਿਲ ਸਕਦਾ ਹੈ ਉਹ ਇਹਦੇ ਨਾਲ ਜੁੜ ਕੇ ਹੀ ਮਿਲ ਸਕਦੀ ਉਹ ਚੀਜ਼। ਸੋ ਉਹ ਆਪਣੇ ਮੰਤਵ ਲਈ ਆਉਣਗੇ। ਸਾਰੇ ਰਿਸ਼ਤੇਦਾਰ, ਸਾਰੇ ਸਾਕ ਸੰਬੰਧੀ, ਸਾਰੇ ਮਿੱਤਰ ਇੱਕੋ ਹੀ ਰੀਜ਼ਨ ਕਰਕੇ ਨਹੀਂ ਕਦੀ ਬਣਦੇ ਕਿ ਅਸੀਂ ਜੇ ਇਹ ਸੋਚੀਏ ਕਿ ਮੈਂ ਚੰਗਾ ਬਣਾਵਾਂ, ਮੇਰੇ ਕੋਲ ਗੁਣ ਹੀ ਇੰਨੇ ਨੇ, ਮੇਰੀ ਉਹ ਸੁਹੱਬਤ ਚਾਹੁੰਦੇ ਨੇ, ਸੰਗਤ ਚਾਹੁੰਦੇ ਨੇ, ਇਹ ਬੰਦੇ ਦਾ ਆਪਣਾ ਭੁਲੇਖਾ ਹੋਏਗਾ। ਇੱਕ ਉਹਨੂੰ ਆਲਾ ਦੁਆਲਾ ਧਿਆਨ 'ਚ ਰੱਖਣਾ ਪਏਗਾ। ਜਿਹੜੀ ਮੈਂ ਬੇਨਤੀ ਕਰ ਰਿਹਾ, ਇੱਕ ਤਸਵੀਰ ਹੈ ਸਮਾਜਿਕ ਤੌਰ ਤੇ ਜੋ ਮਹਾਰਾਜ ਜੀ ਨੇ ਖਿੱਚ ਕੇ ਸਾਡੇ ਸਾਹਮਣੇ ਰੱਖ ਦਿੱਤੀ ਹੈ ਕਿ ਸਮਾਜ ਦੇ ਵਿੱਚ ਤੁਸੀਂ ਅਗਰ ਇਹ ਪੱਖ ਵੇਖੋਗੇ ਜਿਹਦੇ ਵਿੱਚ ਸਵਾਰਥ, ਖੁਦਗਰਜ਼ੀਆਂ ਬਹੁਤ ਭਾਰੂ ਹੁੰਦੀਆਂ ਨੇ, ਜਿਹਦੇ ਵਿੱਚ ਆਪਣੀ ਜ਼ਰੂਰਤ ਕਰਕੇ ਉਹ ਕਿਸੇ ਨਾ ਕਿਸੇ ਲਹਿਰ ਦਾ ਹਿੱਸਾ ਬਣ ਜਾਂਦਾ ਹੈ, ਕਿਸੇ ਵਿੱਚ ਸ਼ਾਮਲ ਹੋ ਜਾਏਗਾ। ਬੰਦਿਆਂ ਨਾਲ ਲੋਕ ਜੁੜਦੇ ਨੇ, ਸੰਸਥਾਵਾਂ ਨਾਲ ਲੋਕ ਜੁੜਦੇ ਨੇ, ਲਹਿਰਾਂ ਨਾਲ ਲੋਕ ਜੁੜਦੇ ਨੇ, ਪਰ ਜਿਹੜਾ ਆਗੂ ਹੈ ਨਾ ਉਹ ਇੰਨਾ ਅਵੇਅਰ ਹੋਏ, ਇੰਨਾ ਸੁਚੇਤ ਹੋਵੇ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹਿਸਟਰੀ ਜਦੋਂ ਪੜ੍ਹਨ ਨੂੰ ਮਿਲੀ, ਗੁਰੂ ਦੀ ਥਾਪੜਾ ਲੈ ਕੇ ਜਦੋਂ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਨੂੰ ਰਵਾਨਾ ਹੋਏ ਨਾ, ਤੇ ਅਰੰਭਤਾ ਦੇ ਵਿੱਚ ਉਹਨਾਂ ਨੇ ਦਿੱਲੀ ਦੇ ਲਾਗੇ ਇੱਕ ਜਦੋਂ ਪੜਾਅ ਕੀਤਾ ਸੀ, ਅੱਜ ਵੀ ਤੁਸੀਂ ਜਾਓਗੇ ਸੋਨੀਪਤ ਦੇ ਕੋਲ ਪਿੰਡ ਹੈ, ਉੱਥੇ ਥੋੜੀ ਸਿੱਖ ਉਹਨਾਂ ਦੇ ਨਾਲ ਸਨ, ਜਿਹੜੇ ਨਾਲ ਤੁਰੇ ਸਨ। ਉਹਨਾਂ ਨੇ ਜਦੋਂ ਚਿੱਠੀਆਂ ਭੇਜੀਆਂ, ਗੁਰੂ ਕਲਗੀਧਰ ਮਹਾਰਾਜ ਜੀ ਦਾ ਪੈਗਾਮ ਭੇਜਿਆ, ਤਮਾਮ ਸਿੱਖਾਂ ਤੱਕ ਪਹੁੰਚ ਹੋਈ, ਹੌਲੀ ਹੌਲੀ ਜੁਟਦੇ ਗਏ। ਕਿਉਂਕਿ ਤੁਸੀਂ ਸਰਕਾਰ ਦੇ ਨਾਲ ਮੱਥਾ ਲਾਣ ਜਾ ਰਹੇ ਹੋ, ਟੱਕਰ ਵੱਡੀ ਹੈ, ਇਸ ਕਰਕੇ ਤੁਹਾਨੂੰ ਸਟਰੈਂਥ ਵੀ ਚਾਹੀਦੀ ਹੈ। ਜਿੱਥੇ ਪਾਵਰ ਦੀ ਲੋੜ ਹੈ ਉੱਥੇ ਤੁਹਾਡੇ ਕੋਲ ਕੁਆਂਟੀਟੀ ਦੀ ਵੀ ਜ਼ਰੂਰਤ ਹੁੰਦੀ ਹੈ ਕਿ ਤੁਹਾਡੇ ਨਾਲ ਪਬਲਿਕ ਕਿੰਨੀ, ਲੋਕ ਕਿੰਨੇ ਨੇ, ਸਹਿਮਤੀ ਵਾਲੇ ਵੀ ਚਾਹੀਦੇ ਨੇ ਤੇ ਨਾਲ ਤੁਰਨ ਵਾਲੇ ਵੀ ਚਾਹੀਦੇ ਨੇ। ਕਈ ਵਾਰੀ ਪਿੰਡਾਂ ਦੇ ਲੋਕਾਂ ਦੀ, ਸਮਾਜ ਦੀ ਸਹਿਮਤੀ ਮਿਲ ਜਾਂਦੀ ਪਰ ਉਹ ਨਾਲ ਨਹੀਂ ਚੱਲਦੇ, ਟਾਈਮ ਨਹੀਂ ਹੈਗਾ ਤੇ ਜਾਂ ਡਰ ਹੈ, ਕੋਈ ਵੀ ਰੀਜ਼ਨ ਹੈ। ਸਹਿਮਤੀ ਹੁੰਦੀ ਵੀ ਇਹ ਜਿਹੜਾ ਚੱਲ ਰਿਹਾ ਨਾ ਕਾਫਲਾ ਹੈ ਠੀਕ ਹੈ ਨੇਕ ਹੈ, ਸਮਾਜ ਦੇ ਭਲੇ ਵਾਸਤੇ ਹੀ ਹੈ। ਉਹ ਅੰਦਰੋਂ ਅਰਦਾਸਾਂ ਕਰਨਗੇ ਅੰਦਰ ਬੈਠੇ, ਪਰ ਕਈ ਵਾਰੀ ਫਿਜ਼ੀਕਲੀ ਨਾਲ ਨਹੀਂ ਖੜ ਪਾਉਂਦੇ। ਪਰ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਜਦੋਂ ਹੌਲੀ ਹੌਲੀ ਕਰਕੇ ਕਾਫਲਾ ਜੁੜਦਾ ਗਿਆ, ਉਹਨਾਂ ਨੇ ਸਮਾਣਾ, ਸਢੌਰਾ, ਕਪੂਰੀ, ਠਸਕਾ, ਇਹ ਸਾਰੇ ਜਿਹੜੇ ਪਿੰਡ ਨੇ ਹਰਿਆਣੇ ਦੇ ਨੇੜੇ ਨੇੜੇ ਪੈਂਦੇ ਨੇ ਪਿੰਡ, ਇਹ ਇਲਾਕੇ ਜਿੱਤ ਲਏ। ਇਹਨਾਂ ਦੇ ਉੱਤੇ ਮੁਗਲ ਬੈਠੇ, ਮੁਗਲਾਂ ਦੇ ਅੰਪਾਇਰ ਬੈਠੇ, ਜਿਹੜੇ
ਉਹਨਾਂ ਦੇ ਥਾਪੇ ਹੋਏ ਲੋਕ ਨੇ, ਉਹ ਕਾਬਜ ਨੇ, ਲੋਕਾਂ ਨੂੰ ਪਰੇਸ਼ਾਨ ਕਰਦੇ ਨੇ। ਜਦੋਂ ਇਲਾਕੇ ਜਿੱਤੇ ਗਏ, ਕਾਫਲਾ ਵੱਡਾ ਹੁੰਦਾ ਗਿਆ, ਅਖੀਰ ਦੇ ਵਿੱਚ ਪਹੁੰਚ ਤਾਂ ਕਰਨੀ ਉਹਨਾਂ ਨੇ ਚੱਪੜ ਚਿੜੀ, ਸਰਹੰਦ ਉਹਨਾਂ ਦਾ ਨਿਸ਼ਾਨਾ ਹੈ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਕਿ ਬੰਦਾ ਸਿੰਘ ਬਹਾਦਰ ਦੇ ਨਾਲ ਨਾ ਜਿੱਥੇ ਜ਼ਰੂਰਤਮੰਦ ਲੋਕ ਜੁੜੇ, ਗੈਰਤ ਵਾਲੇ ਲੋਕ ਜੁੜੇ, ਜਿਨ੍ਹਾਂ ਦੇ ਅੰਦਰ ਵਾਕਈ ਹੀ ਸਿਰੜ ਸੀ, ਸਬਰ ਸੀ, ਚਾਹੁੰਦੇ ਸਨ ਸਮਾਜ ਦਾ ਭਲਾ, ਪਰਉਪਕਾਰੀ ਲੋਕ ਵੀ ਆ ਕੇ ਖੜ ਗਏ, ਯੋਧੇ, ਸੂਰਮੇ, ਜੰਗਬਾਜ਼ ਨਾਲ ਜੁੜੇ ਬੰਦਾ ਸਿੰਘ ਬਹਾਦਰ ਦੇ। ਉੱਥੇ ਨਾਲ ਨਾਲ ਕੁਝ ਸਵਾਰਥ ਵਾਲੇ ਵੀ ਆ ਗਏ ਸਨ, ਜਿਨ੍ਹਾਂ ਨੂੰ ਆਪਾਂ ਇਹ ਕਹਿ ਲਈਏ ਕਿ ਲੁਟੇਰੇ। ਉਹਨਾਂ ਨੇ ਜਿਹੜੇ ਇਲਾਕੇ ਦੇ ਵਿੱਚ ਅਟੈਕ ਹੁੰਦਾ ਸੀ ਨਾ, ਉਹ ਲੁੱਟਮਾਰ ਕਰ ਲੈਂਦੇ ਸਨ। ਹੁਣ ਬਾਕੀਆਂ ਨੂੰ ਤਾਂ ਇੱਦਾਂ ਲੱਗਦਾ ਸੀ ਕਿ ਇਹ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚੋਂ ਹੀ ਨੇ ਬੰਦੇ। ਤੁਸੀਂ ਇਹ ਸੇਮ ਸੀਨ 84 ਵੇਲੇ ਵੀ ਵੇਖ ਸਕਦੇ ਹੋ, ਹਿਸਟਰੀ ਦੇ ਵਿੱਚ, ਕਿਤਾਬਾਂ ਦੇ ਵਿੱਚ ਦਰਜ ਨੇ ਗੱਲਾਂ ਸਾਰੀਆਂ। ਕੁਝ ਸਰਕਾਰੀ ਤੰਤਰ ਦੇ ਬੰਦੇ ਵੀ ਆ ਕੇ ਰਲ ਗਏ। ਉਹਨਾਂ ਦੇ ਵਿੱਚ ਇੱਕ ਸੀ ਜਿਹੜਾ ਸੁੱਚਾਨੰਦ ਦਾ ਨਾਮ ਆਉਂਦਾ ਨਾ, ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਕਲਗੀਧਰ ਮਹਾਰਾਜ ਨੂੰ ਸੱਪ ਕਹਿਣ ਵਾਲਾ ਔਰ ਸਾਹਿਬਜ਼ਾਦਿਆਂ ਦੇ ਉੱਤੇ ਫਤਵੇ ਦਿਵਾਉਣ ਵਾਲਾ, ਉਕਸਾਉਣ ਵਾਲਾ, ਸਵਾਲ ਜਵਾਬ ਕਰਨ ਵਾਲਾ ਸੁੱਚਾਨੰਦ, ਉਹਨੂੰ ਸਿੱਖਾਂ ਨੇ ਜੂਠਾਨੰਦ ਕਹਿਣਾ ਸ਼ੁਰੂ ਕੀਤਾ। ਜੂਠਾਨੰਦ ਉਹਦਾ ਭਤੀਜਾ ਸੀ ਗੰਡਾ ਮੱਲ। ਉਹਦੇ ਨਾਲ 1000 ਬੰਦਾ ਜੋੜ ਕੇ ਤਿਆਰ ਬਰ ਤਿਆਰ ਬੰਦਾ ਸਿੰਘ ਬਹਾਦਰ ਦੀ ਫੌਜ ਵੱਲ ਭੇਜ ਦਿੱਤਾ ਗਿਆ ਕਿ ਤੂੰ ਹਮਦਰਦ ਬਣ ਕੇ ਵਿੱਚ ਸ਼ਾਮਲ ਹੋਣਾ ਹੈ। ਹੁਣ ਜਦੋਂ ਉਹ ਅਗਲੇ ਆਏ, ਉਹ ਕਹਿੰਦੇ ਸੀ ਤੁਹਾਡੇ ਨਾਲ ਰਲਣਾ ਚਾਹੁੰਦੇ ਆ, ਕਿਉਂਕਿ ਪਿੰਡ ਪਿੰਡ ਦੇ ਵਿੱਚੋਂ ਦੀ ਮਾਵਾਂ ਆਪਣੇ ਪੁੱਤਾਂ ਦੇ ਲੱਕ ਬੰਨ੍ਹ ਕੇ, ਹੱਥ ਦੇ ਵਿੱਚ ਜੋ ਸੋਟਾ ਹੈ, ਕੜਛੀ ਹੈ, ਜੋ ਕੁਝ ਹੈ ਤੁਹਾਡੇ ਕੋਲ, ਬਸ ਤੋੜ ਦਿੰਦੀਆਂ ਸਨ ਕਿ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੋ ਜਾਓ। ਜੇ ਇਨਕਲਾਬ ਚਾਹੁੰਦੇ ਹੋ, ਬਦਲਾਅ ਚਾਹੁੰਦੇ ਹੋ, ਤੇ ਇਦਾਂ ਹੀ ਆਉਣਾ। ਪਿੰਡ ਪਿੰਡ ਤੋਂ ਨੌਜਵਾਨੀ ਤੁਰੀ ਤੇ ਉਹ ਸਾਰਿਆਂ ਦਾ ਵੈਲਕਮ ਕਰ ਰਹੇ ਸਨ। ਤੇ ਉਹਦੇ ਵਿੱਚ ਜਦੋਂ ਗੰਡਾ ਮੱਲ ਵੀ ਆਪਣੀ ਫੌਜ ਲੈ ਕੇ, ਟੁਕੜੀ ਲੈ ਕੇ ਪਹੁੰਚਿਆ, ਤੇ ਬੰਦਾ ਸਿੰਘ ਬਹਾਦਰ ਨੇ ਉਹਦਾ ਵੀ ਵੈਲਕਮ ਕੀਤਾ, ਆ ਜਾਓ ਭਾਈ। ਤੇ ਜਿਹੜੇ ਚੋਰ ਲੁਟੇਰੇ ਸਨ ਉਹ ਵੀ ਵਿੱਚ ਹੀ ਚੱਲ ਰਹੇ ਨੇ। ਤੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਾਥੀ ਕਹਿੰਦੇ ਨੇ ਕਿ ਇਹ ਸਾਨੂੰ ਦਿਖ ਰਹੇ ਨੇ, ਕਿਉਂਕਿ ਇੱਕ ਹੀ ਘਟਨਾ, ਇੱਕ ਹੀ ਜੰਗ ਦੇ ਬਾਅਦ ਤੁਹਾਨੂੰ ਬੜਾ ਕੁਝ ਦਿਖ ਜਾਂਦਾ ਹੈ। ਇਹ ਸਾਨੂੰ ਵੇਖ ਰਹੇ ਨੇ ਵਿੱਚ ਕੌਣ ਨੇ, ਇਹਨਾਂ ਨੂੰ ਪਾਸੇ ਕਰੋ। ਤੇ ਬੰਦਾ ਸਿੰਘ ਬਹਾਦਰ ਕਿਉਂਕਿ ਚੰਗਾ ਜਰਨੈਲ ਸੀ, ਗੁਰੂ ਕਲਗੀਧਰ ਮਹਾਰਾਜ ਦੀ ਚੋਣ ਹੈ, ਅਗਲਾ ਜਰਨੈਲ ਹੈ, ਸਿੱਖ ਕੌਮ ਦਾ ਪਹਿਲਾ ਰਾਜ ਸਥਾਪਿਤ ਕਰਨ ਵਾਲਾ ਬਾਦਸ਼ਾਹ ਹੈ, ਬੜਾ ਦੂਰਅੰਦੇਸ਼ੀ ਹੈ। ਬੰਦਾ ਸਿੰਘ ਬਹਾਦਰ ਨੇ ਆਖਿਆ ਨਹੀਂ, ਇਹਨਾਂ ਨੂੰ ਅਜੇ ਹੁਣੇ ਕੱਢਣ ਦੀ ਲੋੜ ਨਹੀਂ। ਸਾਹਮਣੇ ਵਾਲਿਆਂ ਨੂੰ ਘੱਟੋ ਘੱਟ ਇੱਕ ਤਾਂ ਅਸੀਂ ਸਟਰੈਂਥ ਦਿਖਾਈਏ, ਆਪਣੀ ਗਿਣਤੀ ਵਿਖਾਈਏ, ਇਹਦੇ ਨਾਲ ਉਹ ਡਰ ਜਾਣਗੇ। ਪਹਿਲਾਂ ਤੇ ਉਹਨਾਂ ਦੇ ਅੰਦਰ ਡਰ, ਜੇ ਅਗਲੇ ਨੂੰ ਹੋਇਆ ਕਿ ਹੈ ਹੀ ਮੁੱਠੀ ਭਰਨੇ, ਉਹਨਾਂ ਦੇ ਹੌਸਲੇ ਬੁਲੰਦ ਰਹਿਣਗੇ। ਕੋਈ ਹਰਜ ਨਹੀਂ, ਇਹਨਾਂ ਨੂੰ ਥੋੜਾ ਚਿਰ ਕੱਢਣ ਦੋ ਨਾਲ। ਗਿਣਤੀ ਹੋਈ ਸੀ, ਗਿਣਤੀ ਦਾ ਵਾਧਾ ਹੀ ਸਮਝ ਲਵੋ, ਹੋਰ ਕੁਝ ਨਹੀਂ। ਇਹ ਆਪੀ ਛਾਂਟੇ ਜਾਣਗੇ, ਕੋਈ ਬਹੁਤਾ ਚਿਰ ਚੱਲਣੇ ਨਹੀਂ ਨਾਲ ਹੈਗੇ। ਤੁਸੀਂ ਦੇਖੀ ਜਾਇਓ। ਸਮਾਂ ਪਾ ਕੇ ਉਹਨਾਂ ਨੂੰ ਵੀ ਛਾਂਟ ਦਿੱਤਾ। ਤੇ ਜਦੋਂ ਸਮੱਸਿਆਵਾਂ ਆਉਂਦੀਆਂ ਨੇ ਨਾ, ਉਦੋਂ ਪਹਿਲਾਂ ਹੀ ਨਿਕਲ ਜਾਂਦੇ ਨੇ। ਬਾਣੀ 'ਚ ਮਹਾਰਾਜ ਨੇ ਆਖਿਆ ਨਾ, ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਜਿਹੜੇ ਮਾਇਆ ਦੇ ਸੰਬੰਧੀ ਹੋਣਗੇ ਤੁਹਾਡੇ ਨਹੀਂ, ਤੁਹਾਨੂੰ ਲੱਗੇਗਾ ਕਿ ਇਹ ਮੇਰੇ ਸੰਬੰਧੀ ਨੇ। ਆਪਾਂ ਆਮ ਹੀ ਕਹਿੰਦੇ ਨਾ, ਮੇਰਾ ਆ ਫਲਾਣਾ ਰਿਲੇਟਿਵ ਹੈ, ਮੇਰਾ ਸੰਬੰਧੀ ਆ, ਮੇਰਾ ਰਿਸ਼ਤੇਦਾਰ ਹੈ। ਆਪਾਂ ਰਿਸ਼ਤੇਦਾਰੀਆਂ ਦੇ ਨਾਮ ਵੀ ਰੱਖੇ ਨੇ ਤੇ ਗਣਾਉਣ ਵੀ ਲੱਗ ਪੈਂਦੇ ਆ। ਮਹਾਰਾਜ ਕਹਿੰਦੇ ਨੇ ਮਾਇਆ ਕਾ ਸੰਬੰਧ, ਸਿਰਫ ਤਾਂ ਸਿਰਫ ਉਹ ਛਿਲੜਾ ਨਾਲ ਜੁੜਿਆ ਹੋਇਆ, ਤੁਹਾਡੇ ਨਾਲ ਨਹੀਂ। ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਦ। ਵੇਖਦਿਆਂ ਦਾ ਅਰਥ ਹੁੰਦਾ ਵਿੰਦਿਆਂ ਹੀ ਭੱਜ ਜਾਂਦੇ ਨੇ ਅਗਲੇ, ਕੋਈ ਖੜਦਾ ਨਹੀਂ ਹੈਗਾ। ਜਿਚਰ ਪੈਨਣ ਖਾਮਦੇ ਤਿਚਰ ਰੱਖਣ ਗੰਢ। ਜਦ ਤੱਕ ਉਹਨਾਂ ਦੇ ਖਾਣ ਪਾਣ, ਜ਼ਰੂਰਤਾਂ, ਸਹੂਲਤਾਂ ਪੂਰੀਆਂ ਹੋ ਰਹੀਆਂ ਨੇ ਨਾ, ਉਦੋਂ ਤੱਕ ਨਾਲ ਹੁੰਦੇ ਨੇ ਉਹਨਾਂ ਚਿਰ, ਕਿਉਂਕਿ ਉਹਨਾਂ ਦਾ ਸਵਾਰਥ ਹੈ ਖਾਣ ਪਾਉਣ ਦੇ ਨਾਲ, ਸਹੂਲਤਾਂ ਨਾਲ, ਖੁਦਗਰਜ਼ੀ ਹੈ, ਲੋਭ ਹੈ, ਲਾਲਚ ਹੈ। ਜਿਚਰ ਪੈਨਣ ਖਾਮਦੇ ਤਿਚਰ ਰੱਖਣ ਗੰਢ। ਜਿਤ ਦਿਨ ਕਛੂ ਨਾ ਹੋਵੇ ਤਿਚਰ ਬੋਲਣ ਗੰਦ। ਜਦੋਂ ਕੁਝ ਨਾ ਹੋਇਆ ਉਸ ਦਿਨ ਉਹਨਾਂ ਨੇ ਫਿਰ ਗੰਦ ਬਕਣਾ। ਗੰਦ ਦਾ ਅਰਥ ਕੀ ਹੈ? ਆਲੇ ਦੁਆਲੇ ਦੇ ਵਿੱਚ ਤੁਹਾਡੀ ਮੁਖਾਲਫਤ,
ਆਲੇ ਦੁਆਲੇ ਦੇ ਵਿੱਚ ਤੁਹਾਡੀ ਭੰਡੀ, ਕਿਉਂਕਿ ਹੁਣ ਉਹਨਾਂ ਦੀ ਲੋੜ ਮੁੱਕ ਗਈ ਹੈ। ਹੁਣ ਉਹ ਕਹਿਣਗੇ ਕਿ ਦੱਸੋ ਹੁਣ ਇਸ ਬੰਦੇ ਕੋਲੋਂ ਮੈਨੂੰ ਕੀ ਚਾਹੀਦਾ, ਕੀ ਮਿਲੇਗਾ। ਉਹ ਵੇਖਦੇ ਭੱਜ ਜਾਣ। ਕੁਛ ਤਾਂ ਏਦਾਂ ਛਾਂਟੇ ਗਏ, ਚਲੇ ਗਏ। ਜਿਹੜੇ ਸਰਕਾਰੀ ਤੰਤਰ ਚੋਂ ਭੇਜੇ ਹੋਏ ਬੰਦੇ ਸਨ, ਉਹ ਪਰਖ ਵੇਲੇ ਭੱਜ ਜਾਂਦੇ ਨੇ। ਓੜਕ ਵੇਲੇ, ਜਿਸ ਵੇਲੇ ਘਟਨਾ ਕੋਈ ਵਾਪਰੇ, ਮੌਤ ਦਿਖੇ, ਉਹ ਉਦੋਂ ਛੱਡ ਜਾਣਗੇ। ਹੋਇਆ ਕਿ ਇਹ ਮੈਂ ਕਈ ਵਾਰੀ ਪਹਿਲਾਂ ਵੀ ਆਪ ਜੀ ਨਾਲ ਇਹ ਘਟਨਾ ਦਾ ਜ਼ਿਕਰ ਕੀਤਾ ਹੈ। ਜੰਗ ਦਾ ਮੈਦਾਨ ਭਖ ਗਿਆ, ਚੱਪੜ ਚਿੜੀ। ਅੱਜ ਵੀ ਤੁਸੀਂ ਚਲੇ ਜਾਓ ਮੋਹਾਲੀ ਦੇ ਵਿੱਚ, ਉਹ ਥਾਂ ਹੈ। ਜਦੋਂ ਜੰਗ ਭਖਿਆ ਨਾ, ਤੇ ਉਦੋਂ ਬੰਦਾ ਸਿੰਘ ਬਹਾਦਰ ਜੀ ਨੇ ਕੀ ਕੀਤਾ ਕਿ ਜਿਹੜੇ ਸਰਕਾਰੀ ਤੰਤਰ ਚੋਂ ਆਏ ਲੋਕ ਸਨ, ਉਹ ਇਸ ਕਰਕੇ ਭੇਜੇ ਗਏ ਸਨ ਕਿ ਜਦੋਂ ਇਹ ਤੁਹਾਡੇ ਤੇ ਆਸ ਰੱਖ ਲੈਣਗੇ, ਇਹ ਸਿੱਖ ਤੁਹਾਨੂੰ ਸ਼ਾਮਲ ਕਰ ਲੈਣਗੇ, ਇਹਨਾਂ ਦੀ ਆਸ ਬਾਜੇਗੀ ਵੀ ਸਟਰੈਂਥ ਵੱਡੀ ਹੈ, ਤਿਆਰ ਬਰ ਤਿਆਰ ਵੀ ਬੰਦੇ ਸਾਡੇ ਨਾਲ ਨੇ, ਆਰਮੀ ਦੇ ਟ੍ਰੇਨਡ ਬੰਦੇ ਸਾਡੇ ਕੋਲ ਨੇ, ਡਰ ਕਾਹਦਾ। ਜਦੋਂ ਮੈਦਾਨ ਦੇ ਵਿੱਚ ਜੂਝਣਗੇ, ਲੜਨਗੇ, ਉਦੋਂ ਤੁਸੀਂ ਵਿੱਚੋਂ ਨਿਕਲ ਜਾਣਾ। ਇਹਨਾਂ ਦਾ ਲੱਕ ਟੁੱਟ ਜਾਏਗਾ, ਇਹ ਹਾਰ ਮੰਨ ਲੈਣਗੇ, ਡਿੱਗ ਪੈਣਗੇ ਇਹ ਲੋਕ। ਬੰਦਾ ਸਿੰਘ ਬਹਾਦਰ ਜੀ ਬੜੇ ਸਿਆਣੇ ਸਨ। ਉਹਨਾਂ ਨੇ ਕੀ ਕੀਤਾ, ਜਿਹੜੇ ਇਸ ਕਿਸਮ ਸਵਾਰਥ ਨਾਲ ਆਏ ਸਨ, ਭੱਜ ਜਾਣਗੇ, ਉਹਨਾਂ ਨੂੰ ਪਹਿਲਾਂ ਤੋਰ ਦਿੱਤਾ। ਜੰਗ ਦੇ ਵਿੱਚ ਉਹਨਾਂ ਨੂੰ ਪਹਿਲਾਂ ਤੋਰਤਾ। ਕਹਿੰਦੇ ਤੁਸੀਂ ਪਹਿਲਾਂ, ਤੁਹਾਨੂੰ ਪਹਿਲ ਹੈ, ਤਿਆਰ ਹੋ ਤੁਸੀਂ, ਤੁਹਾਡੇ ਕੋਲ ਹਥਿਆਰ ਨੇ। ਤੇ ਜਿਹੜੇ ਵਾਕਈ ਜੂਝਣ ਵਾਲੇ ਸਨ, ਸਿਰੜੀ ਕਿਸਮ ਦੇ ਸਨ, ਉਹਨਾਂ ਨੂੰ ਬੰਦਾ ਸਿੰਘ ਬਹਾਦਰ ਨੇ ਸੇਵ ਕਰ ਲਿਆ, ਪਾਸੇ ਰੱਖ ਲਿਆ, ਫਰੈਸ਼ ਇੱਕਦਮ, ਕੋਈ ਥਕੇਵਾਂ ਨਹੀਂ, ਕੋਈ ਐਨਰਜੀ ਵੇਸਟ ਨਹੀਂ ਹੋ ਰਹੀ ਉਹਨਾਂ ਦੀ, ਪੂਰੇ ਤਿਆਰ ਬਰ ਤਿਆਰ ਨੇ, ਜੋਸ਼ ਵਿੱਚ ਨੇ। ਪਰ ਪਹਿਲਾਂ ਉਹਨਾਂ ਨੂੰ ਭੇਜ ਦਿੱਤਾ ਜਿਹੜੇ ਸਰਕਾਰੀ ਤੰਤਰ ਵਿੱਚੋਂ ਆਏ ਨੇ। ਹੁਣ ਜਦੋਂ ਉਹ ਜੂਝ ਰਹੇ ਨੇ, ਸੁਭਾਵਕ ਹੈ ਥੋੜੇ ਚਿਰ ਬਾਅਦ ਦੀ ਖਬਰ ਪਹੁੰਚੀ, ਬੰਦਾ ਸਿੰਘ ਬਹਾਦਰ ਜੀ ਦੇ ਜਿਹੜੇ ਪਿਆਰ ਵਾਲੇ ਸੀ, ਉਹਨਾਂ ਨੇ ਆ ਕੇ ਆਖਿਆ ਭੱਜ ਗਏ ਜੇ, ਉਹ ਤਾਂ ਭੱਜ ਗਏ ਨੇ। ਤੇ ਬੰਦਾ ਸਿੰਘ ਬਹਾਦਰ ਜੀ ਕਹਿੰਦੇ ਘਬਰਾਉਣ ਦੀ ਲੋੜ ਨਹੀਂ, ਸ਼ੁਕਰ ਮਨਾਓ, ਟਾਈਮ ਨਾਲ ਹੀ ਪਤਾ ਲੱਗ ਗਿਆ। ਚਲੋ ਇੰਨਾ ਬੜਾ ਕਿ ਇਹਨਾਂ ਨੇ ਸਾਹਮਣੇ ਵਾਲੀ ਫੌਜ ਨੂੰ ਕੁਝ ਘੰਟੇ ਭਾਵੇਂ ਦਿਖਾਵੇ ਮਾਤਰ ਹੀ ਲੜੇ ਨੇ, ਥਕਾਇਆ ਤੇ ਹੈਗਾ ਨਾ। ਇੰਨਾ ਹੀ ਬੜਾ ਸਾਡੇ ਨਾਲ, ਇੰਨਾ ਹੀ ਕੰਮ ਕਰਨਾ ਸੀ ਇਹਨਾਂ ਦਾ, ਬਸ ਇੰਨੀ ਲੋੜ ਹੀ ਸੀ, ਬਸ ਚਲੇ ਗਏ, ਚੰਗਾ ਹੋਇਆ। ਹੁਣ ਜਿਹੜੇ ਸਿੱਖ ਰੱਖੇ ਸਨ, ਉਹਨਾਂ ਨੂੰ ਆਖਿਆ ਚਲੋ ਹੁਣ ਤੁਸੀਂ ਤੁਰੋ। ਸੰਕਟ ਸੈਨਾ ਉਹਦਾ ਨਾਮ ਰੱਖਿਆ। ਉਹਨਾਂ ਨੇ ਇੱਕੋ ਹੱਲੇ ਦੇ ਵਿੱਚ ਵਜ਼ੀਰ ਖਾਂ ਦੀ ਫੌਜ ਨੂੰ ਮਿੱਟੀ ਵਿੱਚ ਰਲਾ ਦਿੱਤਾ। ਅਖੀਰਲੀ ਜੰਗ ਸੀ ਚੱਪੜ ਚਿੜੀ ਦੀ। ਵਜ਼ੀਰ ਖਾਂ ਫੜਿਆ ਔਰ ਪੂਰੇ ਸਰਹੰਦ ਵਿੱਚ ਬੰਨ ਕੇ ਘੁਮਾਇਆ ਗਿਆ। ਇਹ ਹੁੰਦੀ ਹੈ ਤਿਆਰੀ, ਇਹ ਹੁੰਦਾ ਮੈਂਟਲੀ ਤੌਰ ਤੇ ਬੰਦਾ ਪ੍ਰਪੇਅਰ, ਸੁਚੇਤ ਹੋਣਾ। ਜੇ ਆਗੂ ਦੇ ਅੰਦਰ ਇਹ ਗੁਣ ਨਹੀਂ ਹੈਗੇ, ਸਿਰਫ ਉਹ ਜੂਝਣ ਦੀ ਤਿਆਰੀ ਦੇ ਵਿੱਚ ਹੀ ਹੈ, ਇਹ ਗੁਣ ਨਹੀਂ ਹੈਗੇ, ਉਹ ਹਾਰ ਖਾ ਜਾਏਗਾ, ਉਹ ਹਾਰ ਜਾਏਗਾ ਛੇਤੀ। ਉਹ ਸੁਚੇਤ ਚਾਹੀਦਾ, ਆਲੇ ਦੁਆਲੇ ਦਾ ਉਹਨੂੰ ਮਾਹੌਲ ਪਤਾ ਹੋਣਾ ਚਾਹੀਦਾ ਕਿ ਕੌਣ ਕਿੱਧਰੋਂ ਆ ਰਿਹਾ, ਕੌਣ ਆ ਰਿਹਾ। ਦੇਖੋ ਜਿਹੜਾ ਸ਼ਲੋਕ ਹੈ, ਸੁਖ ਮੈਂ ਬਹੁ ਸੰਗੀ ਪਹੇ, ਦੁੱਖ ਮੈਂ ਸੰਗ ਨਾ ਕੋਏ। ਤੁਸੀਂ ਅੱਜ ਦੇ ਮੋਰਚਿਆਂ ਨੂੰ ਵੀ ਲੈ ਲਓ, ਅੱਜ ਵੀ ਤੁਸੀਂ ਵੇਖ ਲਵੋ, ਬਹੁਤਾਤ ਉਹ ਲੋਕ ਵੀ ਢੁਕਣਗੇ ਜਿਨ੍ਹਾਂ ਦੀਆਂ ਆਪਣਾ ਗਰਜਾਂ ਨੇ, ਆਪਣੀਆਂ ਲੋੜਾਂ ਨੇ, ਆਪਣੀਆਂ ਜ਼ਰੂਰਤਾਂ ਕਰਕੇ ਵੀ ਅਗਲੇ ਆਉਣਗੇ। ਦੇਖਣ ਨੂੰ ਏਦਾਂ ਲੱਗੇਗਾ ਇਹ ਬੰਦੇ ਹੀ ਅਸਲ ਦੇ ਵਿੱਚ ਫਾਈਟਰ ਨੇ, ਇਹੀ ਸਰਕਾਰ ਨੂੰ ਮਾਤ ਪਾਉਣਗੇ, ਪਰ ਵੇਖਦੇ ਹੀ ਭੱਜ ਜਾਣ। ਵਿੰਦਿਆਂ ਉਹ ਭੱਜਣਗੇ, ਉਹ ਜਾਣਗੇ। ਕੁਝ ਸਰਕਾਰੀ ਤੰਤਰ ਚ ਆਉਂਦੇ ਨੇ, ਕੁਝ ਵਿਕ ਜਾਂਦੇ ਨੇ, ਕੋਈ ਆਉਂਦੇ ਹੀ ਪ੍ਰਪੇਅਰ ਹੋ ਕੇ ਨੇ ਉਧਰੋਂ ਦੀ ਤਿਆਰ ਬਰ ਤਿਆਰ। ਜਿਹੜੇ ਅਸਲ ਚ ਲੜਨ ਵਾਲੇ ਹੁੰਦੇ ਨੇ ਨਾ, ਉਹ ਰੋਲਾ ਨਹੀਂ ਪਾਉਂਦੇ, ਉਹ ਚੀਕ ਚਿਹਾੜਾ ਨਹੀਂ ਪਾਉਂਦੇ, ਉਹ ਆਪਣੇ ਅੰਦਰ ਇੱਕ ਬਹੁਤ ਗਹਿਰ ਗੰਭੀਰ ਦਰਦ ਲੈ ਕੇ ਚੱਲ ਰਹੇ ਹੁੰਦੇ ਨੇ। ਉਹ ਅਸਲ ਦੇ ਵਿੱਚ ਉਸ ਸਮੇਂ ਦੀ ਉਡੀਕ ਵਿੱਚ ਹੁੰਦੇ ਨੇ ਜਦੋਂ ਵਾਕਈ ਅਖੀਰਲਾ ਹਮਲਾ ਹੁੰਦਾ, ਉਦੋਂ ਬਚਾ ਕਿੱਦਾਂ ਕਰਨਾ। ਸੋ ਇੱਥੇ ਗੁਰੂ ਮਹਾਰਾਜ ਜੀ ਨੇ ਸਮਾਜ ਦੀ ਹੀ ਇੱਕ ਉਸ ਤਸਵੀਰ, ਉਸ ਪੱਖ ਦੀ ਮਹਾਰਾਜ ਜੀ ਨੇ ਦ੍ਰਿਸ਼ ਸਾਡੇ ਸਾਹਮਣੇ ਰੱਖ ਦਿੱਤਾ ਹੈ। ਸੁਖ ਮੈਂ ਬਹੁ ਸੰਗੀ ਪਏ, ਧਿਆਨ ਰੱਖਿਓ, ਸੁੱਖ ਵਿੱਚ ਹੀ ਸੰਗੀ ਹੋਣਗੇ। ਸੁੱਖ ਵੇਲੇ ਬਹੁਤਾਤ ਸੰਗੀ ਬਣਦੇ ਨੇ, ਸਾਥੀ ਬਣਦੇ ਨੇ, ਨਵੇਂ ਮਿੱਤਰ ਘੜਦੇ ਨੇ। ਸੁੱਖ ਮੈਂ ਬਹੁ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਏ। ਪਰ ਬੰਦਾ ਉਹੀ ਹੈ, ਉੱਥੇ ਜਦੋਂ ਦੁੱਖ ਆਇਆ, ਤਕਲੀਫ ਆਈ, ਘਾਟੇ ਵਾਧੇ ਹੋਏ, ਸਹੂਲਤਾਂ ਸਾਧਨ ਘਟ ਗਏ, ਉਸੇ ਨੂੰ ਦੁੱਖ ਮੰਨਦਾ ਸਮਾਜ। ਫਿਰ ਦੁੱਖ ਮੈਂ ਸੰਗ ਨਾ ਕੋਏ, ਉੱਥੋਂ ਕੋਈ ਵੀ ਨਹੀਂ ਹੈਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾ
ਸ਼ਬਦ ਵੀ ਇਸ ਪਰਥਾਏ ਗੁਰੂ ਮਹਾਰਾਜ ਜੀ ਨੇ, ਕਿਉਂਕਿ 59 ਸ਼ਬਦ ਉਚਾਰਨ ਕੀਤੇ ਨੇ, ਸ਼ਲੋਕ ਤੇ ਸ਼ਬਦ ਮਹਾਰਾਜ ਜੀ ਦੇ ਦਰਜ ਨੇ। 57 ਸ਼ਲੋਕ ਨੇ, 59 ਸ਼ਬਦ ਨੇ। ਸੋਰਠ ਰਾਗ ਦਾ ਸ਼ਬਦ ਹੈ, ਤਕਰੀਬਨ ਆਪ ਜੀ ਨੂੰ ਚੇਤਾ, ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ। ਬੰਦਾ ਆਪਣੀ ਸੁੱਖ ਵਿੱਚ ਉਲਝਾ ਪਿਆ, ਆਪਣੀਆਂ ਲੋੜਾਂ ਤੇ ਗਰਜਾਂ ਦੇ ਜਾਲ ਵਿੱਚ ਇੰਨਾ ਜ਼ਿਆਦਾ ਉਲਝ ਗਿਆ ਹੈ, ਉਹਦੇ ਲਈ ਹੁਣ ਕੋਈ ਆਪਣਾ ਪਰਾਇਆ ਨਹੀਂ ਹੁੰਦਾ, ਕੋਈ ਨਜ਼ਦੀਕੀ ਬਲੱਡ ਰਿਲੇਸ਼ਨ ਦਾ ਵੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ ਪ੍ਰੀਤਮ ਜਾਣ ਲਿਓ, ਬੜੇ ਪਿਆਰ ਨਾਲ ਪੁਕਾਰ ਕੇ ਮਹਾਰਾਜ ਨੇ ਆਖਿਆ ਇਹ ਗੱਲ ਸਮਝ ਲੈ, ਜਾਣ ਲੈ, ਕੱਲ ਜੂ ਠੇਸ ਪਹੁੰਚੇਗੀ, ਹੁਣੇ ਗੱਲ ਸਮਝ ਲੈ। ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਸੁਖ ਮੇ ਆਨ ਬਹੁਤ ਮਿਲ ਬੈਠਤ ਰਹਿਤ, ਚਹੂੰ ਦਿਸ ਘੇਰੇ, ਚਾਰੇ ਪਾਸੇ ਘੇਰ ਘੇਰ ਕੇ ਬਹਿਣਗੇ। ਉਸ ਵੇਲੇ ਤੇ ਬੰਦੇ ਨੂੰ ਬੜਾ ਵਧੀਆ ਲੱਗ ਰਿਹਾ ਹੁੰਦਾ, ਨਾ ਚੰਗਾ ਲੱਗ ਰਿਹਾ ਹੁੰਦਾ ਕਿ ਵੇਖੋ ਜੀ ਚਾਰੇ ਪਾਸੇ ਟੁਕ ਟੁਕ ਕੇ ਲੋਕ ਬਹਿ ਰਹੇ ਨੇ। ਰਹਿਤ ਚਹੂੰ ਦਿਸ ਘੇਰੇ। ਮਹਾਰਾਜ ਕਹਿੰਦੇ ਬਿਪਤ ਭਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੇਰੇ। ਜਦੋਂ ਬਿਪਤਾ ਪੈਂਦੀ ਹੈ ਨਾ, ਜਦੋਂ ਸਮੱਸਿਆ ਘੇਰਦੀ ਹੈ ਬੰਦੇ ਨੂੰ, ਉਦੋਂ ਪਤਾ ਲੱਗਦਾ ਜੀ ਕੌਣ ਲਾਗੇ ਸਨ, ਵਾਕਈ ਕੌਣ ਤੁਹਾਡੇ ਨੇ, ਕੌਣ ਪਿਆਰ ਵਾਲੇ ਨੇ, ਕੌਣ ਵਾਕਈ ਤੁਹਾਡਾ ਭਲਾ ਚਾਹੁੰਦੇ ਨੇ, ਕੌਣ ਵਾਕਈ ਤੁਹਾਡੀ ਸਪੋਰਟ ਵਿੱਚ ਨੇ, ਤੁਹਾਡੇ ਨਾਲ ਖੜੇ ਨੇ। ਉਦੋਂ ਪਤਾ ਲੱਗਦਾ ਹੈ ਅਸਲ 'ਚ। ਟੈਸਟ ਤੇ ਉਦੋਂ ਹੈ। ਵਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੇਰੇ, ਘਰ ਕੀ ਨਾਰ ਬਹੁਤ ਹਿਤ ਜਾਸੂ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਬੜਾ ਕਲੋਜ਼ ਰਿਸ਼ਤਾ ਹੁੰਦਾ ਪਤੀ ਪਤਨੀ ਦਾ। ਮਹਾਰਾਜ ਨੇ ਉਹਦੀ ਉਦਾਹਰਣ ਲੈ ਲਈ। ਸਟੱਡੀ ਕਰੀਏ ਨਾ ਮਹਾਰਾਜ ਜੀ ਦੇ ਸ਼ਬਦਾਂ ਦੀ, ਸ਼ਲੋਕਾਂ ਦੀ, ਤੁਹਾਨੂੰ ਔਰੰਗਜ਼ੇਬ ਦਾ ਨਾਮ ਨਹੀਂ ਦਿਖਾਈ ਦੇਗਾ। ਮਹਾਰਾਜ ਜੀ ਨੇ ਕੋਈ ਸਮੇਂ ਦੇ ਹੋਰ ਅੰਪਾਇਰਾਂ ਦਾ ਨਾਮ ਵੀ ਨਹੀਂ ਲਿਆ। ਪਹਾੜੀ ਰਾਜੇ ਬੜੇ ਸਨ, ਵੱਡੇ ਵੱਡੇ ਧਨਾੜ ਪੰਡਤ ਬ੍ਰਾਹਮਣ ਸਨ, ਕਸ਼ਮੀਰ ਦੇ ਵੀ ਬੜੇ ਨਾਮਵਰ। ਮਹਾਰਾਜ ਨੇ ਕਿਸੇ ਦਾ ਨਾਂ ਨਹੀਂ ਲਿਆ, ਕਾਮਨ ਗੱਲ ਕੀਤੀ ਹੈ, ਸਮਾਜ ਦੀ ਜ਼ਿਆਦਾ ਗੱਲ ਕੀਤੀ ਹੈ। ਉਦਾਹਰਨਾਂ ਫੈਮਿਲੀ ਦੀਆਂ ਲਈਆਂ ਨੇ, ਕਿਉਂਕਿ ਫੈਮਿਲੀ ਪਰਿਵਾਰ ਬੇਸ ਹੁੰਦਾ ਚੰਗੇ ਸਮਾਜ ਦਾ। ਇੱਕ ਬੰਦੇ ਤੋਂ ਇੱਕ ਪਰਿਵਾਰ ਬਣਦਾ ਹੈ, ਇੱਕ ਪਰਿਵਾਰ ਸਮਾਜ ਦੀ ਇਕਾਈ ਹੁੰਦੀ ਹੈ। ਸਮਾਜ ਚੰਗਾ ਤੇ ਸੋਹਣਾ ਬਿਹਤਰ ਪਰਿਵਾਰਾਂ ਦੀ ਸ਼ਕਲਾਂ ਤੋਂ ਪਤਾ ਲੱਗ ਜਾਂਦਾ ਹੈ। ਸਮਾਜ ਕਿੱਦਾਂ ਦਾ, ਪਰਿਵਾਰਾਂ ਦੇ ਵਿਹਾਰ ਤੋਂ ਪਤਾ ਲੱਗਦਾ ਹੈ, ਪਰਿਵਾਰਕ ਜੀਵਨ ਜਾਚ ਤੋਂ ਪਤਾ ਲੱਗਦਾ ਹੈ, ਲੋਕਾਂ ਦੀ ਰਹਿਣੀ ਸਹਿਣੀ ਤੋਂ ਪਤਾ ਲੱਗ ਜਾਂਦਾ ਹੈ। ਉਸੇ ਤੋਂ ਇੱਕ ਇੱਕ ਕਰਕੇ ਸਮਾਜ ਬਣਦਾ, ਕੰਟਰੀਆਂ ਬਣਦੀਆਂ ਨੇ, ਉਸੇ ਤੋਂ ਮੂੰਹ ਮੁਹਾਂਦਰਾ ਬਣਦਾ ਸਮਾਜ ਦਾ। ਮਹਾਰਾਜ ਨੇ ਇਸ ਕਰਕੇ ਫੈਮਿਲੀ ਦੇ ਉਸ ਮੈਟਰ ਨੂੰ ਦੇਖਿਆ, ਉੱਥੋਂ ਦੇ ਗਰਾਊਂਡ ਨੂੰ ਧਿਆਨ ਨਾਲ ਵੇਖਿਆ। ਇੱਥੇ ਗਰਜਾਂ ਬੜੀਆਂ ਛੁਪੀਆਂ ਹੋਈਆਂ ਨੇ, ਇੱਥੇ ਲੋੜਾਂ ਜ਼ਰੂਰਤਾਂ ਨਾਲ ਲੋਕ ਇੱਕ ਦੂਜੇ ਦੇ ਨਾਲ ਖੜੇ ਨੇ। ਪ੍ਰੋਬਲਮ ਆਈ ਕੋਈ ਨਹੀਂ ਖੜਾ ਹੋਏਗਾ, ਔਰ ਇਦਾਂ ਹੋਇਆ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਦਾ ਆਪਣਾ ਐਕਸਪੀਰੀਅੰਸ ਰਿਹਾ ਲਾਈਫ ਦਾ। ਮੈਂ ਪਿਛਲੇ ਦਿਨ ਵੀ ਇਹ ਸਾਂਝ ਕੀਤੀ ਸੀ ਕਿ ਜਦੋਂ ਔਰੰਗਜ਼ੇਬ ਜ਼ਬਰ ਜ਼ੁਲਮ ਕਰ ਰਿਹਾ ਹੈ, ਤੇ ਉਸ ਵੇਲੇ ਜਿਹੜੇ ਪਹਾੜੀ ਹਿੰਦੂ ਰਾਜੇ ਨੇ ਉਹ ਵੀ ਮੰਦਿਰ ਜਾਂਦੇ ਨੇ, ਉਹ ਵੀ ਟੱਲ ਖੜਕਾਉਂਦੇ ਨੇ, ਉਹ ਵੀ ਮੱਥੇ ਤੇ ਤਿਲਕ ਲਵਾਉਂਦੇ ਨੇ, ਪਰ ਉਹ ਕਿਉਂ ਨਹੀਂ ਪੰਡਤਾਂ ਦੇ ਹੱਕ ਦੇ ਵਿੱਚ ਖੜੇ ਹੋਏ? ਉਹਨਾਂ ਕਸ਼ਮੀਰੀ ਪੰਡਤ ਉਹਨਾਂ ਕੋਲ ਕਿਉਂ ਨਹੀਂ ਗਏ? ਉਸ ਵੇਲੇ ਤੁਸੀਂ ਵੇਖੋਗੇ ਰਿਆਸਤਾਂ ਬਹੁਤ ਵੱਡੀਆਂ ਵੱਡੀਆਂ ਸਨ। ਅਜੇ ਤੇ ਮਹਾਰਾਜ ਦੀ ਕੋਈ ਆਪਣੀ ਰਿਆਸਤ ਵੀ ਨਹੀਂ ਹੈਗੀ, ਕੋਈ ਮਹਾਰਾਜ ਪੋਲੀਟੀਕਲ ਨਹੀਂ ਹੈਗੇ, ਕੋਈ ਰਾਜਸੀ ਪਾਵਰ ਨਹੀਂ ਹੈਗੀ। ਮਹਾਰਾਜ ਕੋਲ ਆ ਰਹੇ ਨੇ, ਅਨੰਦਪੁਰ ਸਾਹਿਬ ਆ ਰਹੇ ਨੇ, ਉਹਨਾਂ ਕੋਲ ਨਹੀਂ ਗਏ। ਕਿਉਂ ਨਹੀਂ ਗਏ? ਪੰਡਤਾਂ ਨੂੰ ਬ੍ਰਾਹਮਣਾਂ ਨੂੰ ਵੀ ਪਤਾ ਉਹਨਾਂ ਦਾ ਕਿ ਵਿਪਤ ਪਰੀ ਸਭ ਹੀ ਸੰਗ ਛਾਡਤ। ਜੇ ਇਹਨਾਂ ਵਿੱਚ ਜ਼ਰੂਰਤ ਹੁੰਦੀ ਤੇ ਇਹ ਮੱਥੇ ਤੇ ਤਿਲਕ ਲਾਉਣ ਵਾਲੇ, ਇਹ ਜਿਹੜੇ ਜਨੇਊ ਧਾਰਨ ਕਰਨ ਵਾਲੇ, ਵੱਡੇ ਵੱਡੇ ਆਪਣੇ ਆਪ ਨੂੰ ਜਿਹੜੇ ਇਲਾਕਿਆਂ ਦੇ ਬਾਦਸ਼ਾਹ ਮਾਲਕ ਸਮਝਦੇ ਨੇ, ਇਹ ਔਰੰਗਜ਼ੇਬ ਨੂੰ ਕਿਉਂ ਨਹੀਂ ਘੂਰ ਸਕੇ ਹੁਣ ਤੱਕ? ਕਿਉਂ ਨਹੀਂ ਲੈਟਰ ਪਾ ਸਕੇ? ਕਿਉਂ ਨਹੀਂ ਉਹਨੂੰ ਮਨਾ ਕਰ ਸਕੇ ਵੀ ਕਿਉਂ ਮੰਦਰ ਤੋੜ ਰਹੇ ਹੋ? ਸੰਸਕ੍ਰਿਤ ਬੋਲੀ ਨਾਲ ਤੁਹਾਡੀ ਕੀ ਨਫ਼ਰਤ ਹੈ ਬਈ? ਉਰਦੂ ਫਾਰਸੀ ਤੁਸੀਂ ਲਿਖੋ, ਸਰਕਾਰੀ ਭਾਸ਼ਾ ਜਿਹੜੀ ਮਰਜ਼ੀ ਬਣਾਓ, ਤੁਹਾਨੂੰ ਸੰਸਕ੍ਰਿਤ ਨਾਲ ਕੀ ਨਫ਼ਰਤ ਹੈ? ਇਹਨਾਂ ਨੇ ਇੱਕ ਲੈਟਰ ਨਹੀਂ ਲਿਖਿਆ। ਔਰੰਗਜ਼ੇਬ ਨੂੰ ਇੱਕ ਵਾਰੀ ਬੈਠ ਕੇ ਮੀਟਿੰਗ ਦੇ ਵਿੱਚ ਇਹਨਾਂ ਨੇ ਕਦੀ ਚਿਤਾਰਿਆ ਹੀ ਨਹੀਂ, ਦੱਸਿਆ ਹੀ ਨਹੀਂ। ਕਿਉਂ? ਕਿਉਂਕਿ ਆਪਣੀਆਂ ਲੋੜਾਂ ਛੁਪੀਆਂ ਹੋਈਆਂ ਨੇ। ਸਮੱਸਿਆ ਇੱਥੇ ਹੁੰਦੀ ਹੈ, ਬੰਦੇ ਦੀ ਅੰਦਰ ਦੀ ਤਸਵੀਰ ਨਾ ਟੇਬਲ ਟਾਕ ਤੇ ਬਹੁਤ ਹੀ ਝਲਕ ਜਾਂਦੀ ਹੈ। ਪਤਾ ਲੱਗਦਾ ਹੈ ਬੰਦਾ ਅਸਲ ਦੇ ਵਿੱਚ ਗਰਜਾਂ ਦੇ ਨਾਲ ਖੜਾ ਹੈ, ਸਵਾਰਥ ਦੇ ਇੱਕ ਧਿਰ ਬਣ ਕੇ ਖੜਾ ਹੈ, ਜਾਂ ਵਾਕਈ ਹੀ ਬੰਦਾ
ਭਲਾਈ ਚਾਹੁੰਦਾ ਹੈ, ਸਮਾਜ ਸੁਧਾਰ ਚਾਹੁੰਦਾ ਹੈ, ਉਹ ਲੋਕ ਹਿੱਤ ਦੇ ਵਿੱਚ ਬੋਲਦਾ ਹੈ, ਉਹ ਲੋਕਾਂ ਦੀ ਆਵਾਜ਼ ਨੂੰ ਰਿਪਰੈਜ਼ੈਂਟ ਕਰਦਾ ਹੁੰਦਾ ਹੈ। ਬ੍ਰਾਹਮਣਾਂ ਨੂੰ ਭਰੋਸਾ ਨਹੀਂ ਸੀ ਇਸ ਗੱਲ ਦਾ, ਉਹ ਗਏ ਨਹੀਂ ਉੱਧਰ। ਉਹਨਾਂ ਨੂੰ ਪਤਾ ਹੈ ਆਪਣੀਆਂ ਰਿਆਸਤਾਂ ਨਹੀਂ ਲੇਖੇ ਲਾ ਸਕਦੇ, ਆਪਣੀਆਂ ਰਿਆਸਤਾਂ ਨਹੀਂ ਛੱਡ ਸਕਦੇ। ਜਿਹੜਾ ਅਨੰਦਪੁਰ ਛੱਡ ਸਕਦਾ ਨਾ, ਉਹਦੇ ਕੋਲ ਹੀ ਚਲੀਏ। ਉਹ ਛੱਡ ਜਾਏਗਾ ਆਪਣਾ ਅਨੰਦਪੁਰ, ਕਿਉਂਕਿ ਉਹ ਲੋਕਾਂ ਦੀ ਆਵਾਜ਼ ਹੈ, ਸਮਾਜ ਦੇ ਹਿੱਤ ਦੀ ਆਵਾਜ਼ ਹੈ। ਲੋਕ ਵਿਸ਼ਵਾਸ ਜਿੱਤੇ ਬੈਠੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ, ਇਸ ਕਰਕੇ ਉਹਨਾਂ ਕੋਲ ਗਏ ਨੇ। ਗੁਰੂ ਮਹਾਰਾਜ ਕਹਿੰਦੇ ਨੇ ਬੜਾ ਪਰਿਵਾਰਕ ਕਲੋਜ਼ ਰਿਸ਼ਤਾ ਹੁੰਦਾ ਪਤੀ ਪਤਨੀ ਦਾ। ਉੱਥੇ ਵੀ ਜਬ ਹੀ ਹੰਸ ਤਜੀ ਹੈ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਇਹ ਪ੍ਰੋਬਲਮ ਉਦੋਂ ਵੀ ਤੇ ਅੱਜ ਵੀ ਹੈ ਕਿ ਜਦੋਂ ਕੋਈ ਮਰ ਜਾਂਦਾ ਨਾ, ਤੁਸੀਂ ਵੇਖੋ ਬੰਦਾ ਉਹੀ ਹੁੰਦਾ ਜਿਹਦੇ ਨਾਲ ਬੰਦਾ 24 ਘੰਟੇ ਰਹਿ ਰਿਹਾ, ਪਰ ਸਿਰਫ ਅੰਦਰੋਂ ਦੀ ਇੱਕ ਸੱਤਾ ਹੀ ਗਈ ਹੈ, ਕੰਮ ਕਰਨ ਵਾਲੀ ਇੱਕ ਸੱਤਾ ਹੀ ਮੁੱਕੀ ਹੈ। ਫਿਜ਼ੀਕਲੀ ਤਾਂ ਬੋਡੀ ਹੋਈ ਹੈ, ਉਹਨੂੰ ਹੁਣ ਕੋਈ ਬੰਦਾ ਬਹੁਤੇ ਦਿਨ ਰੱਖੇਗਾ ਨਹੀਂ, ਇਕੱਲਾ ਕਮਰੇ ਵਿੱਚ ਰੱਖ ਕੇ ਉਹਦੇ ਨਾਲ ਗੱਲ ਨਹੀਂ ਕਰੇਗਾ, ਬੈਠੇਗਾ ਨਹੀਂ ਉਹਦੇ ਕੋਲ। ਹੁਣ ਉਹ ਤੋਂ ਹੀ ਡਰ ਆ ਰਿਹਾ। ਇਹ ਮਾਨਸਿਕਤਾ ਸਾਡੀ, ਬੰਦੇ ਦੀ ਗੱਲ ਨਹੀਂ। ਉਹਦੇ ਜਿਹੜੀਆਂ ਲੋੜਾਂ ਨਾਲ ਜ਼ਰੂਰਤਾਂ ਨਾਲ ਜੁੜਿਆ ਸੀ ਨਾ, ਉਹ ਵੀ ਘਰ ਪਸੰਦ ਨਹੀਂ ਕਰਦੇ ਫਿਰ ਆਪਾਂ ਰੱਖਣਾ। ਉਹੀ ਮੰਜਾ, ਉਹੀ ਬਿਸਤਰੇ, ਉਹਦੇ ਪਾਏ ਕੱਪੜੇ ਘਰ ਦਾ ਕੋਈ ਨਹੀਂ ਪਾਏਗਾ। ਨਵੇਂ ਨਵੇਂ ਕੱਪੜੇ ਪਏ ਹੋਣਗੇ ਨਾ, ਤੁਸੀਂ ਵੇਖੋ ਕਿ ਉਹ ਥੋੜੇ ਚਿਰ ਬਾਅਦ ਗਠਰੀ ਬੰਦ ਕੇ ਉਹ ਦੇਤੀ ਜਾਏਗੀ, ਚਲੋ ਜੀ ਗਰੀਬ ਹੀ ਪਾ ਲੈਣਗੇ। ਅਸਲ 'ਚ ਗਰੀਬ ਦਾ ਨਹੀਂ ਸੋਚ ਰਹੇ ਉਹ ਪਰਿਵਾਰ, ਉਹ ਡਰ ਰਹੇ ਨੇ। ਉਹਨਾਂ ਦੇ ਅੰਦਰ ਕੋਈ ਭਰਮ ਹੈ, ਕੋਈ ਡਰ ਹੈ। ਸੋ ਅੰਗੂਠੀ ਲਾਉਣ ਲੱਗਿਆ ਗਰੀਬ ਕਿਉਂ ਨਹੀਂ ਦਿਖਦਾ ਬੰਦੇ ਨੂੰ? ਜਦੋਂ ਬੰਦਾ ਚੜ੍ਹਾਈ ਕਰ ਜੇ ਤੇ ਫਟਾਫਟ ਕਹਿੰਦੇ ਨੇ ਲੋਕ ਆਉਣਗੇ ਤੋਂ ਪਹਿਲਾਂ, ਪਹਿਲੀ ਚੀਕ ਕੱਢਣ ਤੋਂ ਪਹਿਲਾਂ ਨਾ ਕੜਾ ਤੇ ਅੰਗੂਠੀ ਲਾ ਲੈਣ, ਫਟਾਫਟ ਕਰ ਲਓ। ਲੋਕੀ ਵੇਖ ਕੇ ਕਹਿਣਗੇ ਹੱਦ ਹੋ ਗਈ, ਬਾਪੂ ਦੇ ਉਂਗਲ ਦੇ ਵਿੱਚੋਂ ਦੀ ਮੁੰਦਰੀ ਕੱਢ ਲਈ ਅਗਲਿਆਂ ਨੇ। ਉਦੋਂ ਗਰੀਬ ਕਿਉਂ ਨਹੀਂ ਵੇਖਦਾ ਉਹਨਾਂ ਨੂੰ? ਕਿਉਂਕਿ ਪਤਾ ਇਹਦੀ ਕੀਮਤ ਕੀ ਹੈ, ਉਹ ਰੱਖ ਲਈ ਉਹਨਾਂ ਨੇ। ਜਿਹੜੀ ਚੀਜ਼ ਨਹੀਂ ਵਰਤਣ ਵਾਲੀ, ਕੱਪੜੇ ਚਲੋ ਸਸਤੇ ਹੀ ਨੇ, ਉੱਥੇ ਬੰਦਾ ਇਹ ਦਿਖਾਵੇ ਵਿੱਚ ਵੀ ਇਹ ਦਿਖਣਾ ਚਾਹੁੰਦਾ ਮੈਂ ਦਾਨੀ ਹਾਂ। ਉਹ ਦਾਨੀ ਨਹੀਂ ਹੈਗਾ। ਕੀ ਉਹਨੂੰ ਇਸ ਚੀਜ਼ ਦੀ ਉਡੀਕ ਸੀ ਕਿ ਮੈਂ ਗਰੀਬਾਂ ਦਾ ਤਾਂ ਭਲਾ ਕਰਾਂਗਾ ਕੋਈ ਮਰੇਗਾ? ਤਾਂ ਉਹਨੂੰ ਪਹਿਲਾਂ ਗਰੀਬ ਨਹੀਂ ਸਨ ਵੇਖ ਰਹੇ। ਅਸਲ 'ਚ ਇਹ ਸਮਾਜ ਦੀ ਇੱਕ ਅੰਦਰੂਨੀ ਤਸਵੀਰ ਹੈ, ਸੱਚਾਈ ਇਹ ਹੈ। ਮਹਾਰਾਜ ਨੇ ਆਖਿਆ ਜਬ ਹੀ ਹੰਸ ਤਜੀ ਏਕ ਆਇਆ ਪ੍ਰੇਤ ਪ੍ਰੇਤ ਕਰਪਾ। ਆਪਣੇ ਕਲੋਜ਼ ਵਾਲੇ ਭੱਜ ਜਾਂਦੇ ਨੇ, ਨੇੜੇ ਨਹੀਂ ਢੁਕਦੇ। ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਸਿਓ ਨਹੀਂ ਲਗਾਇਓ। ਵੇਖ ਭਰਾਵਾ, ਜਿਹਦੇ ਨਾਲ ਇੰਨੀ ਅਟੈਚਮੈਂਟ ਬਣਾ ਰਿਹਾ ਨਾ, ਇਹ ਤਸਵੀਰ ਵੇਖ ਇੱਕ ਵਾਰ। ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਸਿਓ ਨੇ ਲਗਾਇਓ। ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮ ਨਾ ਆਇਓ। ਅਖੀਰ ਜਦੋਂ ਓੜਕ ਵੇਲੇ ਅਖੀਰ ਤੈਨੂੰ ਸਮੱਸਿਆ ਅੰਦਰੂਨੀ ਆਏਗੀ ਨਾ, ਕੋਈ ਦੂਜਾ ਨਹੀਂ ਉੱਥੇ ਖੜ ਸਕਦਾ, ਤੈਨੂੰ ਹੀ ਖੜਨਾ ਪੈਣਾ। ਉੱਥੇ ਪਰਮੇਸ਼ਵਰ ਵਾਹਿਗੁਰੂ ਦੇ ਗੁਣ ਤੇਰਾ ਸਾਥ ਦੇਣਗੇ। ਉਹਦੀ ਯਾਦ, ਉਹਦੇ ਅੱਗੇ ਕੀਤੀ ਅਰਦਾਸ, ਉਹ ਬਲ ਕੰਮ ਆਉਂਦਾ ਅਸਲ ਦੇ ਵਿੱਚ। ਅੰਦਰੂਨੀ ਉਹ ਸਪੋਰਟ ਦਿੰਦੀ ਹੈ ਬੰਦੇ ਨੂੰ ਉਹ ਚੀਜ਼। ਜਦੋਂ ਬੰਦਾ ਅੰਦਰੋਂ ਟੁੱਟ ਰਿਹਾ ਹੁੰਦਾ ਨਾ, ਉਦੋਂ ਆ ਰਿਸ਼ਤੇਦਾਰ ਨਹੀਂ ਕੰਮ ਆਉਂਦੇ। ਬਾਹਰ ਦੀਆਂ ਗੱਲਾਂ ਬਾਤਾਂ ਤੇ ਸਹਾਰੇ ਦੇਣ ਦੇ ਦਾਅਵੇ ਕਰਨ ਵਾਲੇ ਨਹੀਂ ਖੜਦੇ। ਸੋ ਮਹਾਰਾਜ ਨੇ ਆਖਿਆ ਸੁਖ ਮੈਂ ਬਹੁ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਏ। ਕਹੋ ਨਾਨਕ ਹਰ ਭਜ ਮਨਾ। ਮਹਾਰਾਜ ਕਹਿੰਦੇ ਨਿਰਾਸ਼ ਹੋਣ ਦੀ ਲੋੜ ਨਹੀਂ। ਮੈਂ ਤੇ ਤਾਂ ਤੈਨੂੰ ਦੱਸ ਰਿਹਾ ਕਿ ਅਵੇਅਰ ਰਹਿ, ਸੁਚੇਤ ਰਹਿ। ਪਰ ਨਾਲ ਨਾਲ ਇਹ ਵੀ ਕਹਿ ਰਹੇ ਨੇ ਕਿ ਤਿਆਰੀ ਰੱਖ, ਰਹਿ ਪਰਿਵਾਰ ਦੇ ਵਿੱਚ ਰਹਿ, ਸੰਗੀ ਸਾਥੀਆਂ 'ਚ, ਦੋਸਤ ਮਿੱਤਰ ਸਾਰਿਆਂ ਦੇ ਵਿੱਚ ਰਹਿ, ਪਰ ਆਪਣੀ ਤਿਆਰੀ ਵੱਖਰੀ ਰੱਖ ਇੱਕ। ਕਹੋ ਨਾਨਕ ਹਰ ਭਜ ਮਨਾ। ਹੇ ਮੇਰੇ ਮਨਾ, ਪ੍ਰਭੂ ਵੱਲ ਤੁਰ। ਉਹ ਵਾਲਾ ਪਾਸਾ ਵੀ ਦੇਖ ਇੱਕ ਵਾਰ। ਉੱਥੇ ਵੀ ਕੁਝ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਤੈਨੂੰ ਟੁੱਟਣ ਨਹੀਂ ਦੇਣਗੀਆਂ, ਡਿੱਗਣ ਨਹੀਂ ਦੇਣਗੀਆਂ, ਨਿਰਾਸ਼ ਨਹੀਂ ਹੋਣ ਦੇਣਗੀਆਂ, ਤੈਨੂੰ ਉਦਾਸੀ 'ਚ ਨਹੀਂ ਜਾਣ ਦੇਣਗੀਆਂ। ਹਰ ਭਜ ਮਨਾ ਅੰਤ ਸਹਾਈ ਹੋਏ। ਜਿਹੜਾ ਅਖੀਰ ਓੜਕ ਵਿੱਚ ਸਹਾਈ ਹੈ। ਮਹਾਰਾਜ ਕਹਿੰਦੇ ਜਨਮ ਜਨਮ ਭਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ। ਬੜੇ ਲੰਮੇ ਗੇੜ ਦੇ ਵਿੱਚ ਤੂੰ ਪਿਆ ਹੋਇਆ, ਉਲਝਣਾਂ ਦੇ ਵਿੱਚ। ਮਹਾਰਾਜ ਕਹਿੰਦੇ ਨੇ ਜਮ ਦਾ, ਮੌਤ ਦਾ ਸਹਿਮ ਨਹੀਂ ਮੁੱਕਦਾ ਅੰਦਰੋਂ ਦੀ। ਹਮੇਸ਼ਾ ਡਰ ਬਣਿਆ ਰਹਿ ਰਿਹਾ। ਭਾਵੇਂ ਆਤਮਕ ਮੌਤ ਹੈ, ਵਿਕਾਰਾਂ ਵਾਲੇ ਪਾਸਿਓਂ ਹੈ, ਭਾਵੇਂ ਫਿਜ਼ੀਕਲੀ ਮੌਤ ਦੀ ਗੱਲ ਹੈ, ਡਰ ਹੈ, ਇੱਕ ਸਹਿਮ ਹੈ। ਔਰ ਲੰਮੇ ਚੱਕਰ ਦੇ ਵਿੱਚ ਪਿਆ, ਜਨਮ ਜਨਮ ਭਰਮਤ ਫਿਰਿਓ। ਭ੍ਰਮਣ ਹੈ, ਸੁਭਾਅ ਵੱਖਰੇ ਵੱਖਰੇ ਲੈ ਕੇ ਘੁੰਮ ਰਿਹਾ ਹੈ। ਮਹਾਰਾਜ ਕਹਿੰਦੇ ਨੇ ਕਹੋ ਨਾਨਕ ਹਰ ਭਜ ਮਨਾ।
ਨਿਰਭੈ ਪਾਵੇਂ ਬਾਸ। ਪ੍ਰਭੂ ਵੱਲ ਜਾਣ ਦਾ ਭਾਵ ਹੈ ਕਿ ਉਹ ਨਿਰਭੈ ਹੈ। ਪਰਮੇਸ਼ਵਰ ਅਕਾਲ ਪੁਰਖ ਡਰਦਾ ਨਹੀਂ, ਉਹ ਨਿਰਭੈ ਹੈ। ਸੋ ਉਹਦੇ ਵਿੱਚ ਵਾਸ ਹੋਏਗਾ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜੀਵਨ ਦੇ ਵਿੱਚ ਥੋੜ੍ਹੇ ਥੋੜ੍ਹੇ ਬਹੁਤੇ ਤੋਖਲੇ ਇਕੱਠੇ ਹੋਏ ਨੇ, ਡਰ ਸਹਿਮ ਇਕੱਠੇ ਹੋਏ ਨੇ, ਇਹਨਾਂ ਤੋਂ ਨਿਜ਼ਾਮ ਮਿਲ ਜਾਏਗਾ, ਮੁਕਤੀ ਮਿਲ ਜਾਏਗੀ। ਨਿਰਭੈ ਪਾਵੇਂ ਬਾਸ। ਪਰਮੇਸ਼ਵਰ ਅਕਾਲ ਪੁਰਖ ਦਾ ਰੂਪ ਹੋਣ ਦਾ, ਉਹਦੇ ਤੱਕ ਪਹੁੰਚਣ ਦਾ, ਨਜ਼ਦੀਕ ਹੋਣ ਦਾ ਇਹੀ ਇੱਕ ਰਾਹ ਤੇ ਤਰੀਕਾ ਹੈ। ਉਸ ਵਾਲੇ ਪਾਸੇ ਨੂੰ ਤੁਰ ਪੈਣਾ, ਮਨ ਬਣਾ ਲੈਣਾ। ਤੇ ਏਜ ਨਹੀਂ ਵੇਖਣੀ ਕਿ ਅਖੀਰ ਵੇਲੇ ਟੈਸਟ ਕਰਾਂਗੇ ਕਿਹੜੇ ਨਾਲ ਖੜਦੇ ਨੇ। ਜਦੋਂ ਸਮਝ ਪੈ ਜੇ, ਮਹਾਰਾਜ ਕਹਿੰਦੇ ਨੇ, ਉਦੋਂ ਹੀ ਤੁਰ ਪੈਣਾ ਚਾਹੀਦਾ। ਵਿਚਾਰਾਂ ਦੌਰਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।